ਜਿਹੜੀ ਗੱਲ ਅੱਜ ਉਹਨਾਂ ਨੇ ਗ੍ਰਹਿ ਮੰਤਰੀ ਦੇ ਸਾਹਮਣੇ ਰੱਖੀ ਹੈ ਕਿ ਇਸ ਕਾਨੂੰਨ ਨੂੰ ਕਰਵਾਇਆ ਜਾਵੇ ਲਾਗੂ, ਕੀ ਲੱਗਦਾ ਤੁਹਾਨੂੰ ਇੰਨੇ ਚਿਰ ਦਾ ਕਿਉਂ ਪੈਂਡਿੰਗ ਹੈ, ਜਾਂ ਕੋਈ ਚਾਂਸਸ ਹੈ ਨੇ ਉਸ ਨੂੰ ਉਸੇ ਤਰੀਕੇ ਨਾਲ ਹਰੀ ਝੰਡੀ ਦੇਣ ਦੇ ਜੋ ਉਸ ਕਾਨੂੰਨ ਦੀਆਂ ਮਦਾਂ ਨੇ? ਥੈਂਕ ਯੂ ਬਰਾੜ ਸਾਹਿਬ। ਪਹਿਲੀ ਗੱਲ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਹੁਣ ਗੁਜਰਾਤ ਤੋਂ ਨਿਕਲ ਕੇ ਤੇ ਦਿੱਲੀ ਤੱਕ ਪਹੁੰਚ ਗਏ ਨੇ। ਆਹਿਸਤਾ ਆਹਿਸਤਾ ਆ ਰਹੇ ਨੇ ਪੰਜਾਬ ਵੱਲ, ਪਹੁੰਚ ਜਾਣਗੇ ਇੱਥੇ ਕਦੀ, ਤੇ ਉਹਨਾਂ ਨੂੰ ਥੋੜਾ ਜਿਹਾ ਪੰਜਾਬ ਦੇ ਬਾਰੇ ਵੀ ਸੋਚ ਰਹੇ ਨੇ। ਤੇ ਇਹ ਵੀ ਬੜੀ ਚੰਗੀ ਗੱਲ ਹੈ ਕਿ ਉਹ ਹੋਮ ਮਿਨਿਸਟਰ ਨੂੰ ਮਿਲ ਕੇ ਆਏ ਨੇ। ਮੈਂ ਉਮੀਦ ਰੱਖਣਾ ਕਿ ਇਹਦੇ ਇਲਾਵਾ ਵੀ ਉਹਨਾਂ ਨੇ ਕਾਫੀ ਹੋਰ ਗੱਲਾਂ ਕੀਤੀਆਂ ਹੋਣਗੀਆਂ ਹੋਮ ਮਿਨਿਸਟਰ ਦੇ ਨਾਲ, ਜਿਨ੍ਹਾਂ ਦੇ ਬਾਰੇ ਉਹਨਾਂ ਨੇ ਜ਼ਿਕਰ ਨਹੀਂ ਕੀਤਾ। ਇੱਥੇ ਦੀ ਜਿਹੜੀਆਂ ਪ੍ਰੋਬਲਮਸ ਚੱਲ ਰਹੀਆਂ ਨੇ, ਐਡੀਆਂ ਜ਼ਿਆਦਾ ਲਾਅ ਐਂਡ ਆਰਡਰ ਦੀਆਂ ਪ੍ਰੋਬਲਮ ਚੱਲ ਰਹੀਆਂ ਨੇ, ਡਰੱਗਸ ਦੀਆਂ ਚੱਲ ਰਹੀਆਂ ਨੇ, ਬਹੁਤ ਸਾਰੀਆਂ ਚੱਲ ਰਹੀਆਂ ਨੇ, ਜਿਹਦੇ ਕਾਫੀ ਚੀਜ਼ਾਂ ਦਾ ਜ਼ਿਕਰ ਹੋਇਆ, ਕਾਫੀ ਚੀਜ਼ਾਂ ਦਾ ਜ਼ਿਕਰ ਹੋਇਆ। ਪਰ ਚਲੋ ਆਪਾਂ ਕਿਉਂਕਿ ਮੇਨ ਮੁੱਦਾ ਇਹ ਸੀ, ਇਸ ਕਰਕੇ ਇਸ ਤੇ ਡਿਬੇਟ ਕਰ ਰਹੇ ਹਾਂ। ਹਾਂ, ਚਲੋ ਇਸ ਵਾਸਤੇ ਹੁਣ ਮੈਨੂੰ ਪੱਕਾ ਯਕੀਨ ਹੈ ਕਿ ਪੂਰਾ ਸਤਿਕਾਰ ਕਰਦੇ ਹੋਏ ਸੀਐਮ ਦਾ ਹੋਮ ਮਿਨਿਸਟਰੀ ਉਹਨਾਂ ਦੇ ਪੁਆਇੰਟ ਦੇ ਉੱਤੇ ਡਿਊ ਡਿਲੀਜੈਂਸ ਲਏਗੀ ਤੇ ਉਹਦੇ ਉੱਤੇ ਕੁਛ ਨਾ ਕੁਛ ਕਹੇਗੀ। ਇਮੀਡੀਏਟਲੀ ਕੀ ਰਿਐਕਸ਼ਨ ਹੋਣਾ ਹੈ ਗਵਰਨਮੈਂਟ ਦਾ ਉਹਨਾਂ ਦੀ ਰਿਕੁਐਸਟ ਦੇ ਉੱਤੇ, ਉਹਦੇ ਬਾਰੇ ਕੋਈ ਕੁਝ ਕਹਿ ਨਹੀਂ ਸਕਦਾ, ਕਿਉਂਕਿ ਲੀਗਲ ਐਕਸਪਰਟਸ ਨੂੰ ਵੀ ਲੈਣਾ ਪਏਗਾ। ਹੁਣ ਤੱਕ ਉਹ ਕਾਹਦੇ ਵਾਸਤੇ ਨਹੀਂ ਹੋਇਆ, ਉਸ ਚੀਜ਼ ਨੂੰ ਵੀ ਦੇਖਣਾ ਪਏਗਾ। ਤੇ ਇਹਨਾਂ ਚੀਜ਼ਾਂ ਦੇ ਵਿੱਚ ਅਮੈਂਡਮੈਂਟ ਕਰਨ ਵਾਸਤੇ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਜਾਣਾ ਪੈਂਦਾ ਹੈ। ਓਪੋਜੀਸ਼ਨ ਇਹਦੇ ਬਾਰੇ ਕੀ ਕਹੇਗੀ, ਫਿਰ ਰਾਈਟਸ ਗਰੁੱਪਸ ਕੀ ਕਹਿੰਦੇ ਨੇ। ਯੂ ਸੀ ਇਹ ਮੈਂ ਉੱਥੇ ਹੀ ਪੜ੍ਹ ਰਿਹਾ ਸੀਗਾ ਜਦੋਂ ਇਹਦੇ ਬਾਰੇ ਥੋੜਾ, ਤੇ ਇੱਕ ਜਗ੍ਹਾ ਮੈਂ ਪੜ੍ਹਿਆ ਕਿ ਲਿਖਿਆ ਹੋਇਆ ਸੀ ਪੰਜਾਬ ਜਿਹੜਾ ਇਹ ਮੂਵ ਹੈ ਉਸ ਵੇਲੇ, ਮੇਰਾ ਕਹਿਣਾ ਨਹੀਂ ਹੈ, ਇਹ ਉਹਦੇ 'ਚ ਲਿਖਿਆ ਹੋਇਆ ਸੀਗਾ, ਪੰਜਾਬ ਮੂਵ ਟੂ ਐਕਸਪੈਂਡ ਬਲਾਸਫੇਮੀ ਲਾਜ਼ ਇਜ਼ ਅ ਬਲੋ ਟੂ ਫਰੀडम ਆਫ ਐਕਸਪ੍ਰੈਸ਼ਨ। ਸੋ ਲਿਬਰਲਸ ਜੋ ਨੇ ਉਹਦੇ ਵਿੱਚ ਕੀ ਕਹਿਣਗੇ, ਇਹ ਬਹੁਤ ਸਾਰੀਆਂ ਚੀਜ਼ਾਂ ਨੇ। ਇਹਨਾਂ ਦੇ ਉੱਤੇ ਥੋੜਾ ਮੇਰੇ ਖਿਆਲ ਕਲੇਰ ਸਾਹਿਬ ਵੀ ਤੇ ਖੜਿਆਲ ਸਾਹਿਬ ਜੀ ਇਹ ਜ਼ਿਆਦਾ ਤਕਨੀਕੀ ਤੌਰ ਤੇ ਦੱਸ ਸਕਦੇ। ਮੈਨੂੰ ਇਹ ਹੈਗਾ ਕਿ ਅਗਰ ਉਹਨਾਂ ਨੇ ਇਸ਼ੂ ਦਿੱਤਾ ਹੈ ਹੋਮ ਮਿਨਿਸਟਰ ਨੂੰ, ਤੇ ਆਈ ਐਮ ਸ਼ੋਰ ਹੋਮ ਮਿਨਿਸਟਰ ਵਿਲ ਪੇ ਵੈਰੀ ਸੀਰੀਅਸ ਅਟੈਂਸ਼ਨ ਟੂ ਇਟ। ਤੇ ਅੱਗੇ ਅਸੀਂ ਦੇਖਾਂਗੇ ਫਿਰ ਇਹ ਬੈਸਟ ਇਸ ਕੰਮ ਦੇ ਵਿੱਚ ਕੀ ਕਰਨਾ ਹੈ। ਲਾਸਟ ਪੁਆਇੰਟ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਲਾਸਫੇਮੀ ਦੇ ਉੱਤੇ ਤੇ ਇਹਨਾਂ ਬੇਅਦਬੀਆਂ ਕੇਸਿਸ ਦੇ ਵਿੱਚ ਅਜੇ ਤੱਕ ਕਿੰਨੀਆਂ ਕੁ ਕਨਵਿਕਸ਼ਨਸ ਹੋਈਆਂ ਨੇ। ਸੋ ਅਗਰ ਪਹਿਲੇ ਜਦੋਂ ਅਸੀਂ ਆਪਣੀਆਂ ਕਨਵਿਕਸ਼ਨ ਦਾ ਰੇਟ ਹੀ ਨਹੀਂ ਉੱਤੇ ਲੈ ਕੇ ਜਾ ਸਕਦੇ, ਅਸੀਂ ਆਪਣੀ ਇਨਵੈਸਟੀਗੇਸ਼ਨ ਦੀ ਸਖਤੀ ਕੀ ਕਰੂਗੀ, ਠੀਕ ਹੈ, ਚਾਰਜਸ਼ੀਟ ਨਹੀਂ ਬਣਾ ਸਕਦੇ, ਤੇ ਇੱਕ ਬੜੇ ਤਗੜੇ ਲਾਅ ਨੂੰ ਲਿਆ ਕੇ ਕੀ ਫਰਕ ਪੈ ਜਾਏਗਾ। ਬਿਲਕੁਲ, ਮੈਂ ਇਸ ਗੱਲ ਤੇ ਆਉਂਗਾ, ਬਿਲਕੁਲ ਇਸ ਗੱਲ ਤੇ ਆਉਂਗਾ, ਔਰ ਆਪਾਂ ਇਸੇ ਨੋਟ ਤੋਂ ਇਸ ਚਰਚਾ ਨੂੰ ਅੱਗੇ ਲੈ ਕੇ ਜਾਵਾਂਗੇ। ਮੈਂ ਖੜਿਆਲ ਸਾਹਿਬ ਤੁਹਾਡੇ ਤੋਂ ਇੱਕ ਕਮੈਂਟ ਇਸ ਤੇ ਜ਼ਰੂਰ ਚਾਹਣਾ ਪਹਿਲਾਂ, ਫਿਰ ਮੈਂ ਕਲੇਰ ਸਾਹਿਬ ਕੋਲੇ ਆਉਂਗਾ, ਕਿਉਂਕਿ 2018 ਦੇ ਵਿੱਚ ਦੁਬਾਰਾ ਇਸ ਨੂੰ ਭੇਜਿਆ ਸੀ ਕਾਂਗਰਸ ਸਰਕਾਰ ਨੇ। 4 ਸਾਲ ਹੋ ਚੁੱਕੇ ਨੇ, ਤੁਹਾਡੇ ਧਿਆਨ ਦੇ ਵਿੱਚ ਹੋਵੇ ਕਿ ਕਿਉਂ ਇਸ ਤੇ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ, ਜਾਂ ਕੀ ਇਤਰਾਜ਼ ਉਸ ਵੇਲੇ ਉਹਨਾਂ ਨੇ ਉਠਾਏ, ਕੋਈ ਹੈ ਜਾਣਕਾਰੀ ਚ? ਜੀ ਦੇਖੋ, ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ 24 ਘੰਟਿਆਂ ਦੇ ਵਿੱਚ ਇਨਸਾਫ ਕਰਾਂਗੇ, 24 ਘੰਟਿਆਂ ਦੇ ਵਿੱਚ ਇਨਸਾਫ ਤਾਂ ਹੋਇਆ ਨਹੀਂ। ਫਿਰ ਸਪੀਕਰ ਸਾਹਿਬ ਨੇ ਕਿਹਾ ਕਿ 45 ਦਿਨ ਦਾ ਟਾਈਮ ਦਿਓ, 45 ਦਿਨਾਂ ਦੇ ਵਿੱਚ ਇਨਸਾਫ ਕਰਾਂਗੇ, ਉਹ ਵੀ ਇਨਸਾਫ ਹੋਇਆ ਨਹੀਂ। 3 ਨਵੰਬਰ ਨੂੰ ਡੈਡਲਾਈਨ ਸੀਗੀ। ਫਿਰ ਥੱਕ ਹਾਰ ਕੇ ਇਹਨਾਂ ਨੇ ਸੋਚਿਆ ਕਿ ਕਾਂਗਰਸ ਪਾਰਟੀ ਦੀ ਜੋ ਅਪਰੋਚ ਹੈ ਉਹਨੂੰ ਅੱਗੇ ਫਾਰਵਰਡ ਲੈ ਚੱਲੀਏ। ਸੋ ਬਰਾੜ ਸਾਹਿਬ, 2 ਬਿੱਲ ਕਾਂਗਰਸ ਪਾਰਟੀ ਨੇ 2018 ਦੇ ਵਿੱਚ ਪਾਸ ਕੀਤੇ ਸੀਗੇ, ਆਈਪੀਸੀ ਪੰਜਾਬ ਅਮੈਂਡਮੈਂਟ ਬਿੱਲ 2018 ਤੇ ਸੀਆਰਪੀਸੀ ਪੰਜਾਬ ਅਮੈਂਡਮੈਂਟ ਬਿੱਲ 2018 ਜੀ, ਉਹ ਪਾਸ ਹੋ ਗਿਆ ਅਸੈਂਬਲੀ ਦੇ ਵਿੱਚੋਂ। ਪ੍ਰੈਜ਼ੀਡੈਂਟ ਸਾਹਿਬ ਕੋਲੇ ਜਾ ਕੇ ਉਹ ਨੋਟ ਦੀ ਅਸੈਂਟ ਦੀ ਵੇਟ ਕਰਦਾ ਰਿਹਾ, ਲੇਕਿਨ ਅਸੈਂਟ ਨਹੀਂ ਦਿੱਤਾ। ਹੁਣ ਇਹ ਆਪਣਾ ਅਸੀਂ ਇਹ ਮੇਕ ਸ਼ੋਰ ਕੀਤਾ ਕਿ ਐਕਸਪਲੇਨ ਕੀਤਾ ਜਾਵੇ, ਵਾਰ-ਵਾਰ ਮੀਟਿੰਗਸ ਕੀਤੀਆਂ, ਵਾਰ-ਵਾਰ ਲੈਟਰਸ ਲਿਖੇ, ਵਾਰ-ਵਾਰ ਐਕਸਪਲੇਨ ਕੀਤਾ, ਪੀਸੀਸ ਕੀਤੀਆਂ ਵਿਧਾਨ ਸਭਾ ਦੇ ਵਿੱਚ। ਹਰੇਕ ਤਾਂ ਬੋਲੇ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰੇ ਉਹਦੇ ਲਈ ਉਮਰ ਕੈਦ ਹੈ। ਸਿਰਫ ਗੁਰੂ ਗ੍ਰੰਥ ਸਾਹਿਬ ਲਈ ਨਹੀਂ, ਬਾਈਬਲ ਲਈ ਵੀ, ਕੁਰਾਨ ਲਈ ਵੀ, ਭਗਵਦ ਗੀਤਾ ਲਈ ਵੀ, ਹਰੇਕ ਧਰਮ ਲਈ ਇਹ ਚੀਜ਼ ਹੋਣੀ ਚਾਹੀਦੀ ਹੈ, ਬਿਕੋਜ਼ ਸੈਕੂਲਰ ਦੇਸ਼ ਹੈ ਤੇ ਸਾਡਾ ਸੰਵਿਧਾਨ ਵੀ ਜਿਹੜਾ ਉਹ ਸੈਕੂਲਰਿਜ਼ਮ ਦੀ ਗੱਲ ਕਰਦਾ। ਸੋ ਇਹ ਜਿਹੜੇ ਕਾਨੂੰਨ ਅਸੀਂ ਪਾਸ ਕੀਤੇ ਸੀਗੇ ਇਹ ਕੌਨਸੋਨੈਂਸ ਦੇ ਵਿੱਚ ਨੇ, ਸੈਕੂਲਰਿਜ਼ਮ ਦੇ ਨਾਲ ਵਾਇਲੇਟ ਨਹੀਂ ਕਰਦੇ। ਉਹਦੇ ਬਾਵਜੂਦ ਜਾਂ ਤਾਂ ਹੋਵੇ ਨਾ ਵੀ ਇਹਦੇ ਚ ਕੁਝ ਅਨਕਨਸਟੀਟਿਊਸ਼ਨਲ ਹੋਵੇ, ਇਹ ਗਲਤ ਹੋਣ, ਅਲਟਰਾ ਵਾਇਜ਼ ਹੋਵੇ ਤਾਂ ਸਮਝ ਆਵੇ, ਲੇਕਿਨ ਭਾਰਤੀ ਜਨਤਾ ਪਾਰਟੀ ਦੱਸੇ ਕਿ ਇਹਨੂੰ ਨੋਟ ਹਜੇ ਤੱਕ ਕਿਉਂ ਨਹੀਂ ਦਿੱਤਾ ਗਿਆ, ਕੀ ਕਾਰਨ ਹੈ, ਇਹ ਬੀਜੇਪੀ ਹੀ ਦੱਸ ਸਕਦੀ ਹੈ। ਦੂਜੀ ਗੱਲ ਜੀ, ਅੱਛਾ, ਬੀਜੇਪੀ ਨੂੰ ਵੀ ਇਹ ਚੀਜ਼ ਕਰਨੀ, ਮੇਕ ਸ਼ੋਰ ਕਰਨੀ ਚਾਹੀਦੀ ਸੀ, ਬੀਇੰਗ ਇਨ ਸੈਂਟਰ 2018 ਤੋਂ ਸ਼ੁਰੂ ਹੋ ਗਿਆ ਤੇ 23 ਸ਼ੁਰੂ ਹੋਣ ਵਾਲਾ ਹੈ। 5 ਸਾਲ ਹੋ ਗਏ ਭਾਰਤੀ ਜਨਤਾ ਪਾਰਟੀ ਨੂੰ, ਬਗੈਰ ਤੇ ਜੇ ਪੰਜਾਬ ਨਾਲ ਇਹਨਾਂ ਦਾ ਲਗਾਵ ਸੀ, ਸਿੰਪਥੀ ਸੀ, ਬੇਅਦਬੀ ਇਹਨਾਂ ਲਈ ਮੁੱਦਾ ਸੀਗਾ, ਤੇ ਇਹਨਾਂ ਨੂੰ ਆਪ ਹੀ ਕਰ ਦੇਣਾ ਚਾਹੀਦਾ ਸੀਗਾ ਇਸ਼ੂ ਬਣਾ
ਤੇ ਇਸ਼ੂ ਨੂੰ ਟੇਕ ਅਪ ਕਰਨਾ ਚਾਹੀਦਾ ਸੀ, ਲੇਕਿਨ ਭਾਰਤੀ ਜਨਤਾ ਪਾਰਟੀ ਨੇ ਟੇਕ ਅਪ ਨਹੀਂ ਕੀਤਾ। ਅਸੀਂ ਕਰਦੇ ਰਹੇ ਮਿਹਨਤ। ਅੱਛਾ, ਆਮ ਆਦਮੀ ਪਾਰਟੀ ਨੇ 8 ਮਹੀਨੇ ਇੰਤਜ਼ਾਰ ਕੀਤਾ। ਕਾਹਦਾ ਇੰਤਜ਼ਾਰ ਕੀਤਾ ਆਮ ਆਦਮੀ ਪਾਰਟੀ ਨੇ 8 ਮਹੀਨੇ? ਮੈਂ ਪੁੱਛਣਾ ਚਾਹਣਾ, ਕਿਉਂਕਿ ਜੇ ਪਹਿਲਾਂ ਚਲੇ ਗਏ ਹੁੰਦੇ, ਚਲੋ ਹੋ ਸਕਦਾ ਜਿਹੜੇ ਬੇਅਦਬੀ ਇਨਸੀਡੈਂਟਸ ਹੁਣ ਹੋਏ ਆ ਹਾਲ ਹੀ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਇਸੇ ਤੇ ਹੋਣਾ ਉਹ ਟਲ ਜਾਂਦੇ। ਅੱਛਾ, ਦੂਜੀ ਗੱਲ ਪਤਾ ਕਿਉਂ ਇਹ ਜ਼ਰੂਰੀ ਲਾਅ ਕਿਉਂ ਹੈ? ਕਿਉਂਕਿ ਇੱਕ ਫੀਅਰ ਆਫ ਲਾਅ ਹੋਣਾ ਚਾਹੀਦਾ ਹੈ। ਉਹ ਸਜ਼ਾ ਹੀ ਕੁਝ ਨਹੀਂ ਹੈ ਜਿਹੜੀ ਹੁਣ ਐਜ਼ ਆਫ ਨਾਓ ਸਜ਼ਾ ਕੁਝ ਵੀ ਨਹੀਂ ਹੈ। ਜੇ ਜ਼ਿਆਦਾ ਸਜ਼ਾ ਹੋਊਗੀ, ਉਮਰ ਕੈਦ ਹੋਊਗੀ, ਤਾਂ ਬੰਦੇ ਨੂੰ ਡਰ ਹੋਊਗਾ, ਬੰਦੇ ਨੂੰ ਫੀਅਰ ਆਫ ਕਨਸੀਕੁਐਂਸ ਹੋਊਗਾ। ਠੀਕ ਹੈ, ਮੈਂ ਸਮਝ ਗਿਆ ਤੁਹਾਡੀ ਗੱਲ। ਇਹ ਸਫੀਸ਼ੀਐਂਟ ਨਹੀਂ ਹੈ। ਕੱਲਾ ਆਮ ਆਦਮੀ ਪਾਰਟੀ ਨੂੰ ਇੰਪਲੀਮੈਂਟੇਸ਼ਨ ਕਰਨੀ ਪਊਗੀ, ਥੱਲੇ ਗਰਾਊਂਡ ਲੈਵਲ ਤੇ ਅੱਛੀ ਇੰਪਲੀਮੈਂਟੇਸ਼ਨ, ਕੋਆਰਡੀਨੇਸ਼ਨ, ਡਾਇਰੈਕਸ਼ਨ ਹੋਵੇ ਪੁਲਿਸ ਨੂੰ, ਤਾਂ ਕਿ ਉਹ ਤੇ ਸੈਕੰਡ ਸਟੈਪ ਹੈ। ਪਹਿਲਾਂ ਕਾਨੂੰਨ ਤੇ ਆਵੇ, ਉਸ ਚੀਜ਼ ਤੇ ਜ਼ਿਆਦਾ ਉਹ ਸੈਕੰਡ ਸਟੈਪ ਹੈ। ਕਲੀਅਰ ਸਾਹਿਬ, ਤੁਹਾਡੇ ਤੋਂ ਮੈਂ ਇਹ ਜ਼ਰੂਰ ਜਾਨਣਾ ਚਾਹੂੰਗਾ ਵੀ ਕਿਉਂਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਇਹ ਜਦੋਂ ਘਟਨਾ ਵਾਪਰੀ, ਉਸ ਤੋਂ ਬਾਅਦ ਸਰਕਾਰ ਨੇ ਤੁਰੰਤ ਕਾਨੂੰਨ ਬਣਾਇਆ, ਔਰ ਜੇ ਮੈਂ ਗਲਤ ਨਹੀਂ ਹੈ ਤਾਂ ਉਸ ਵੇਲੇ ਫਾਂਸੀ ਦੀ ਸਜ਼ਾ ਦੀ ਪ੍ਰੋਵੀਜ਼ਨ ਵੀ ਰੱਖੀ ਸੀ ਸਰਕਾਰ ਨੇ। ਉਸ ਵੇਲੇ ਕਿਉਂ ਇਹ ਵਾਪਸ ਭੇਜਿਆ ਗਿਆ ਸੀ? ਬਰਾੜ ਸਾਹਿਬ, ਬਿਲਕੁਲ ਤੁਸੀਂ ਸਹੀ ਗੱਲ ਕਰ ਰਹੇ ਆ। ਇਹ ਸਭ ਤੋਂ ਪਹਿਲਾਂ ਕਾਨੂੰਨ ਲੈ ਕੇ ਆਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਫਾਂਸੀ ਦਾ ਉੱਚ ਪ੍ਰਾਵਧਾਨ ਰੱਖਿਆ ਗਿਆ ਸੀ। ਇਹ ਜਿੰਨੇ ਆਪਾਂ ਹੁਣ ਡਿਸਕਸ ਕਰ ਰਹੇ ਹਾਂ, ਚਾਹੇ ਖੜਿਆਲ ਸਾਹਿਬ ਕਾਂਗਰਸ ਦੀ ਗੱਲ ਕਰਦੇ ਨੇ, ਚਾਹੇ ਅੱਜ ਮਾਨ ਸਾਹਿਬ ਮਿਲ ਗਏ ਨੇ, ਇਹ ਸਾਰਾ ਕੁਝ ਉਸੇ ਲਾਈਨ ਨੂੰ ਟੋ ਕਰਦੇ ਹੋਏ ਅੱਗੇ ਗਿਆ। ਪਰ ਸਾਨੂੰ ਇਸ ਗੱਲ ਦੀ ਬਹੁਤ ਮਾਯੂਸੀ ਹੈ ਕਿ ਉਸ ਸਮੇਂ ਵੀ ਪ੍ਰੈਜ਼ੀਡੈਂਟ ਨੇ ਇਹਨੂੰ ਅਸੈਂਟ ਨਹੀਂ ਦਿੱਤਾ ਸੀ, ਤੇ ਅੱਜ ਚੱਲਦੇ ਅੱਜ ਤੱਕ ਉਸ ਕਾਨੂੰਨ ਨੂੰ ਅਸੈਂਟ ਨਹੀਂ ਮਿਲਿਆ। ਇਹ ਆਪਣੇ ਆਪ ਦੇ ਵਿੱਚ ਬਹੁਤ ਨਾਮੋਸ਼ੀਜਨਕ ਹੈ। ਪਰ ਇਹ ਹਰ ਚੀਜ਼ ਦੇ ਦੋ ਪਹਿਲੂ ਨੇ ਬਰਾੜ ਸਾਹਿਬ। ਗੱਲ ਇਹ ਹੈਗੀ ਹੈ ਕਿ ਇੱਕ ਹੈਗਾ ਕਿ ਕਾਨੂੰਨ ਲਿਆਉਣਾ, ਸਖਤ ਸਜ਼ਾ ਹੋਣੀ, ਨਹੀਂ ਇੱਕ ਹੈਗਾ ਕਿ ਆਲਰੇਡੀ ਕਾਨੂੰਨ ਹੈਗਾ। ਨਹੀਂ, ਮੈਂ ਇਸ ਗੱਲ ਤੇ ਆ ਰਿਹਾ, ਪਰ ਤੁਹਾਡੇ ਕੋਲੇ ਉਸ ਨੂੰ ਉਦੋਂ ਕਿਉਂ ਮਨਜ਼ੂਰੀ ਨਹੀਂ ਦਿੱਤੀ ਗਈ? ਇਹ ਤੇ ਰੀਜ਼ਨ ਆ ਗਿਆ ਹੋਣਾ, ਕਿਉਂਕਿ ਜੇ 2018 ਚ ਦੁਬਾਰੇ ਗਿਆ ਤਾਂ ਬਰਾੜ ਸਾਹਿਬ ਉਸ ਸਮੇਂ ਉਹਨਾਂ ਨੇ ਉਹਨੂੰ ਡਿਕਲਾਈਨ ਕਰਤਾ ਸੀਗਾ। ਕਿਉਂ ਕੀਤਾ ਸੀਗਾ? ਉਹਨਾਂ ਨੇ ਕਿਹਾ ਸੀ ਇਹਨੂੰ ਦੁਬਾਰਾ ਵਿਚਾਰਿਆ ਜਾਵੇ। ਸੋ ਇਨ ਟੋਟਲ ਹੀ ਉਹਨੂੰ ਦੁਬਾਰਾ ਵਿਚਾਰਨ ਨੂੰ ਕਹਿ ਕੇ ਉਹ ਡਿਕਲਾਈਨ ਕੀਤਾ ਗਿਆ। ਉਸ ਤੋਂ ਬਾਅਦ ਫਿਰ ਅੱਗੇ ਸਰਕਾਰ, ਕਿਉਂਕਿ 2017 ਤੋਂ ਬਾਅਦ ਅੱਗੇ ਕਾਂਗਰਸ ਦੀ ਸਰਕਾਰ ਆ ਗਈ, ਫਿਰ ਜੋ ਅੱਜ ਖੜਿਆਲ ਸਾਹਿਬ ਕਹਿ ਰਹੇ ਹੋਇਆ। ਪਰ ਹੁਣ ਗੱਲ ਅੱਜ ਇਹ ਖੜੀ ਹੋ ਜਾਂਦੀ ਹੈ ਕਿ ਕਾਨੂੰਨ ਤਾਂ ਆਲਰੇਡੀ ਹੈਗਾ। ਠੀਕ ਹੈ, ਜਿਹੜਾ ਅਸੀਂ ਲੜਾਈ ਲੜ ਰਹੇ, ਉਹ ਲੜ ਰਹੇ ਹਾਂ ਕਿ ਸਜ਼ਾ ਵੱਧ ਘੱਟ ਦੀ। ਪਰ ਜੇ ਕਾਨੂੰਨ ਹੈਗਾ, ਉਹਦੀ ਇੰਪਲੀਮੈਂਟੇਸ਼ਨ ਹੋ ਰਹੀ ਹੈ ਤਾਂ ਦੱਸੀ ਜਾਵੇ। ਕਾਂਗਰਸ ਦੇ ਰਾਜ ਦੇ ਵਿੱਚ 200-250 ਬੇਅਦਬੀਆਂ ਹੋਈਆਂ, ਕਿ ਅਸੀਂ ਅਕਿਊਜ਼ਡ ਫੜ ਸਕੇ, ਕਿ ਉਹਨੂੰ ਸਜ਼ਾ ਦਿਵਾ ਸਕੇ। 2015 ਦੀ ਘਟਨਾ ਤੇ ਸਿਆਸਤ ਤਾਂ ਪੰਜਾਬ 'ਚ ਰੱਜ ਕੇ ਹੋਈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ। ਕਦੇ ਸੀਬੀਆਈ ਕੋਲ ਇਨਵੈਸਟੀਗੇਸ਼ਨ ਲੈ ਗਏ, ਕਦੇ ਵਾਪਸ ਲਿਆਏ। ਪਰ ਗੱਲ ਤਾਂ ਜੇ ਹੈ ਕਿ ਕੀ ਉਹਨਾਂ 'ਚ ਚਲਾਨ ਪੇਸ਼ ਹੋ ਕੇ ਸਜ਼ਾਵਾਂ ਹੋ ਗਈਆਂ, ਕਿਉਂਕਿ ਸਜ਼ਾ ਵੱਧ ਘੱਟ ਇੱਕ ਡਿਫਰੈਂਟ ਇਸ਼ੂ ਹੈ, ਪਰ ਸਜ਼ਾ ਹੋਣੀ ਤਾਂ ਗੱਲ ਹੈ। ਪਰ ਜੋ ਅੱਜ ਮਾਨ ਸਾਹਿਬ ਦੀ ਮੌਜੂਦਾ ਸਮੇਂ 'ਚ ਕਲੀਅਰ ਸਾਹਿਬ 3 ਸਾਲ ਦੀ ਸਜ਼ਾ ਮੌਜੂਦਾ ਸਮੇਂ 'ਚ 3 ਸਾਲ ਦੀ ਹੈ ਜੀ। ਪਰ ਜੋ ਅੱਜ ਮਾਨ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ, ਦੇਖੋ ਭਗਵੰਤ ਮਾਨ ਸਾਹਿਬ ਦੀ ਵਿਜ਼ਿਟ ਅੱਜ ਸਿਰਫ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਬੁਰੀ ਤਰੀਕੇ ਨਾਲ ਲਾਅ ਐਂਡ ਆਰਡਰ ਤੇ ਘਿਰੇ ਹੋਏ ਨੇ, ਰੋਜ਼ ਉਰੇ ਕਤਲ ਹੋ ਰਹੇ, ਡਕੈਤੀਆਂ, ਫਰੌਤੀਆਂ, ਉਹ ਸਾਰਿਆਂ ਦੇ ਸਾਹਮਣੇ ਹੈ। ਸੋ ਇਹ ਤਾਂ ਜੋ ਹੋਮ ਮਿਨਿਸਟਰ ਕੋਲ ਇੱਕ ਹਾਜ਼ਰੀ ਲਵਾਈ ਗਈ ਹੈ, ਔਰ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਡਿਸਕਸ ਕੀ ਕਰਕੇ ਆਏ ਨੇ। ਹੋ ਸਕਦਾ ਦਿਖਾਉਣ ਹੀ ਗਏ ਹੋਣ ਕਿ ਜੀ ਜਿੱਥੇ ਜਿੱਥੇ ਮੈਂ ਗਿਆ, ਮੈਂ ਤਾਂ ਆਪਣਾ ਕੰਮ ਕਰਿਆ ਹੈ। ਹਿਮਾਚਲ, ਗੁਜਰਾਤ 'ਚ ਜ਼ਮਾਨਤਾਂ ਜ਼ਬਤ ਨੇ ਆਮ ਆਦਮੀ ਪਾਰਟੀ ਦੀਆਂ। ਐਕਸਾਈਜ਼ ਪਾਲਿਸੀ ਤੇ ਥੋੜਾ ਜਿਹਾ ਮੇਰੇ ਪ੍ਰਤੀ ਸੁਹਿਰਦ ਰਿਓ ਤੇ ਮੈਨੂੰ ਬਚਾ ਲਿਓ। ਚਲੋ ਅੱਜ ਮੈਂ ਬਰਾੜ ਸਾਹਿਬ ਇੱਕ ਗੱਲ ਕਰਨੀ ਚਾਹੁੰਦਾ। ਮੈਂ ਬਰਾੜ ਸਾਹਿਬ ਇੱਕ ਚੀਜ਼ ਪੁੱਛਣੀ ਚਾਹੁੰਦਾ ਸਰਕਾਰ ਨੂੰ ਕਿ ਜਿਹੜੀ ਸਰਕਾਰ ਚੁਟਕੀਆਂ ਮਾਰ ਕੇ ਆਈ ਸੀ, ਕਹਿੰਦੀ ਸੀ ਇਨਵੈਸਟੀਗੇਸ਼ਨ ਹੋਈ ਪਈ ਹੈ ਜੀ, 24 ਘੰਟੇ 'ਚ ਸਜ਼ਾ ਦੇ ਦੇਾਂਗੇ, ਜਿੱਥੇ ਹਰ ਗੱਲ ਜਵਾਬ ਲੈ ਲਈਏ ਕੀ ਅੱਜ ਸਜ਼ਾਵਾਂ ਮਿਲ ਗਈਆਂ? ਜਵਾਬ ਲੈ ਲਈਏ। ਇਹ ਅੱਜ ਜਵਾਬ ਇੱਕ ਬਹੁਤ ਸਵਾਲ ਇੱਕ ਬਹੁਤ ਅੱਛਾ ਹੈ। ਔਰ ਜਿਹੜੇ ਕਤਲ ਹੋ ਰਹੇ ਨੇ, ਕਤਲ ਦੀ ਤਾਂ ਪਹਿਲੇ 302 ਹੈ, ਫਾਂਸੀ ਹੈ। ਜਿਹੜੇ ਕਤਲ ਪੰਜਾਬ 'ਚ ਹੋ ਰਹੇ ਨੇ, ਜਿਹੜੀ ਡਕੈਤੀ ਫਰੌਤੀਆਂ ਹੋ ਰਹੀਆਂ, ਉਹ ਤਾਂ ਪਹਿਲੇ ਹੀ ਬਹੁਤ ਸਟ੍ਰਿਕਟ ਸਜ਼ਾ ਹੈ। ਉਹ ਕਿੱਥੇ ਇੰਪਲੀਮੈਂਟ ਹੋ ਰਹੀ ਹੈ? ਸਵਾਲ ਇਹ ਨੇ, ਇਹ ਸਿਰਫ ਤੇ ਸਿਰਫ ਲੋਕਾਂ ਦੇ ਹੰਝੂ ਪੂੰਝਣ ਵਾਲੀ ਗੱਲ ਕਰਦੇ ਨੇ, ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਪੰਜਾਬ ਦੇ ਜਿੰਨੇ ਹਿਮਾਚਲ ਦੇ ਜ਼ਿਲ੍ਹੇ ਪੰਜਾਬ ਦੇ ਨਾਲ ਲੱਗਦੇ ਸੀ, ਸਾਰੇ ਕਿਤੇ ਜ਼ਮਾਨਤ ਜ਼ਬਤ ਹੋਈ ਹੈ। ਸੋ ਉਹ ਅਨਪੋਪੂਲੈਰਿਟੀ ਤੋਂ ਡਰਦੇ ਹੋਏ ਅੱਜ ਚਲੋ ਮੈਂ ਚੋੜਾਂ ਨੂੰ ਵਿੱਚ ਨਹੀਂ ਲਿਆਉਣਾ ਚਾਹੁੰਦਾ, ਫਿਰ ਡੀਰੇਲ ਹੋ ਜਾਂਦੀ ਹੈ ਡਿਬੇਟ। ਸੰਘੇੜਾ ਸਾਹਿਬ ਇਸ ਦਾ ਜਵਾਬ ਦੇ ਦਿਓ, ਜਿਹੜੀ ਗੱਲ ਖੜਿਆਲ ਸਾਹਿਬ ਨੇ ਵੀ ਕੀਤੀ ਜਾਂ ਜੈਬਾਂਸ ਜੀ ਨੇ ਵੀ ਕੀਤੀ ਹੈ ਪਹਿਲਾਂ, ਔਰ ਕਲੇਰ ਸਾਹਿਬ ਨੇ ਵੀ ਕੀਤੀ। ਬਰਾੜ ਸਾਹਿਬ, ਮੈਂ ਤਾਂ ਇਹ ਗੱਲ ਕਹਿਣੀ ਚਾਹੂੰਗਾ ਵੀ ਇਸ ਮੁੱਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਪਰ ਤਿੰਨੋਂ ਹੀ ਬੁਲਾਰਿਆਂ ਨੇ ਰਾਜਨੀਤੀ ਕੀਤੀ ਹੈ। ਜੈਬੰਸ ਸਿੰਘ ਜੀ ਵੀ ਪਹਿਲਾਂ ਮੁੱਖ ਮੰਤਰੀ ਸਾਹਿਬ ਤੇ ਤੰਜ ਕੱਸਣ ਲੱਗ ਗਿਆ ਕਿ ਹੁਣ ਵਾਪਸ ਆ ਗਏ ਆ। ਜੈਬੰਸ ਸਿੰਘ ਜੀ ਤੁਹਾਡੇ ਆਗੂ ਵੀ ਤਾਂ ਗਏ ਹੀ ਆ ਗੁਜਰਾਤ, ਭਗਵੰਤ ਮਾਨ ਸਾਹਿਬ ਨੇ ਵੀ ਜਾਣਾ ਸੀ, ਗਏ ਆ ਸਾਰੇ। ਪੰਜਾਬ ਦਾ ਜਿਹੜਾ ਧਿਆਨ ਰੱਖ ਰਿਹਾ ਉਹ ਰੱਖ ਹੀ ਰਹੇ ਆ ਪਹਿਲਾਂ ਤੋਂ। ਜਿਹੜੀ ਖੜਿਆਲ ਸਾਹਿਬ ਨੇ ਗੱਲ ਕੀਤੀ 8 ਮਹੀਨੇ ਕੁਝ ਨਹੀਂ ਕੀਤਾ, ਹੁਣ ਕੀਤਾ। ਜਦੋਂ ਵੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਜਾਂਦੇ ਰਹੇ ਆ, ਪੈਂਡਿੰਗ ਚੀਜ਼ਾਂ ਨੂੰ ਸਮੇਤ ਇਸ ਐਕਟ ਦੇ ਗੱਲ ਕਰਦੇ ਰਹੇ ਆ, ਪਰ ਐਤਕੀ ਹੁਣ ਹੋਰ ਲੇਟ ਹੋ ਗਈ ਆ। ਔਰ ਜੈਬੰਸ ਸਿੰਘ ਜੀ ਇਹ ਜਵਾਬ ਦੇਣ ਜਰਾ ਕਿ 4 ਸਾਲ ਲੰਘਣ ਤੋਂ ਬਾਅਦ ਵੀ ਇਹ ਕਹਿ ਰਹੇ ਆ ਕਿ ਉਹ 'ਚ ਦੇਖਣਾ ਪੈਣਾ ਆ,
ਬਾਕੀ ਲੋਕਾਂ ਦੇ ਕੀ ਵਿਚਾਰ ਹੈ, ਬਾਕੀ ਪਾਰਟੀ ਕਿਸ ਤਰ੍ਹਾਂ ਸੋਚਦੀਆਂ ਆ, ਜਦ ਕਿ ਇਹ ਕਾਨੂੰਨ ਬਿਲਕੁਲ ਸੰਵਿਧਾਨ ਦੀ ਧਾਰਾ ਦੇ ਅਨੁਸਾਰ ਹੈ। ਔਰ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਦੱਸ ਚੁੱਕੇ ਨੇ ਕਿ ਇਹ ਪਹਿਲਾਂ ਵੀ ਵਾਪਸ ਇੱਕ ਵਾਰੀ ਹੋ ਚੁੱਕਾ ਆ, 18 ਚ ਦੁਬਾਰਾ ਪਾਸ ਹੋਇਆ। ਅਸੀਂ ਤਾਂ ਉਹਨੂੰ ਅੱਗੇ ਲੈ ਕੇ ਜਾ ਰਹੇ ਹਾਂ, ਇਹ ਚ ਕੋਈ ਮਾੜੀ ਗੱਲ ਹੈ, ਚੰਗੀ ਗੱਲ ਹੈ। ਫੋਲੋ ਅਪ ਅਸੀਂ ਪਹਿਲੇ ਦਿਨ ਤੋਂ ਹੀ ਕਰ ਰਹੇ ਹਾਂ। ਰਹੀ ਗੱਲ ਜਿਹੜੀ ਬੇਅਦਬੀ ਚ ਦੇਰੀ ਹੋ ਰਹੀ ਹੈ, ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚ ਹੋ ਜਾਂਦਾ ਆ, ਉਹਦਾ ਕਾਰਨ ਇੱਕ ਇਹ ਆ ਕਿ ਪਹਿਲਾਂ 5 ਸਾਲ ਕਾਂਗਰਸ ਦੇ ਤੇ 2 ਸਾਲ ਸ਼੍ਰੋਮਣੀ ਅਕਾਲੀ ਦਲ ਦੇ, ਇਹਨਾਂ ਨੇ ਕੀਤਾ ਹੀ ਕੁਝ ਨਹੀਂ। ਇਹਨਾਂ ਨੇ ਕੇਸ ਨੂੰ ਉਲਝਾਇਆ ਆ। ਉਹਦੇ ਨਾਲ ਨੈਚੁਰਲੀ ਜਦੋਂ ਕਈ SITs ਬਣ ਗਈਆਂ, ਕਈ ਤਰ੍ਹਾਂ ਦੀਆਂ ਰਿਪੋਰਟਸ ਆ ਗਈਆਂ, ਜਦੋਂ ਤੁਸੀਂ ਉਹਨੂੰ ਸੀਰੀਅਸਲੀ ਹੈਂਡਲ ਕਰਦੇ ਹੋ ਬਰਾੜ ਸਾਹਿਬ, ਲੀਗਲ ਮੈਟਰਸ ਨੇ, ਇਨਕੁਆਇਰੀ ਦੇ ਮੈਟਰਸ ਨੇ, ਉਹਦੇ 'ਚ ਟਾਈਮ ਲੱਗ ਜਾਂਦਾ ਆ। ਹੁਣ ਉਹ ਸਾਰਿਆਂ ਦੇ ਬਸ ਤੋਂ ਬਾਹਰ ਹੈ, ਸੋ ਇਸ ਕਰਕੇ ਦੇਰੀ ਹੋ ਰਹੀ ਆ। ਕੋਈ ਸਰਕਾਰ ਦੀ ਟਾਈਮ ਬਾਉਂਡ ਕੀਤਾ ਹੈ ਇੰਨੇ ਚਿਰ ਦੇ ਵਿੱਚ? ਅਸੀਂ ਸਰਕਾਰ ਦੀ ਸੰਧਵਾ ਸਾਹਿਬ ਨੇ ਪਿਛਲੇ ਦਿਨੀ ਕਹਿਤਾ ਵੀ ਮਹੀਨੇ ਡੇਢ ਮਹੀਨੇ ਚ, ਨਹੀਂ ਤਾਂ ਮੈਂ ਨਾਲ ਬਹਿ ਜਾਊਂਗਾ। ਹੁਣ ਉਹ ਅਸਤੀਫਾ ਮੰਗੀ ਜਾਂਦੇ ਆ, ਹੁਣ ਸੰਧਵਾ ਸਾਹਿਬ ਬੋਲਦੇ ਨਹੀਂ। ਕਨਕਲੂਜਨ ਦੇ ਨੇੜੇ ਹੈ। ਦੇਖੋ ਮੈਂ ਉਹੀ ਕਹਿ ਰਿਹਾ ਨਾ, ਇਹਦੇ ਚ ਮਤਲਬ ਕੋਸ਼ਿਸ਼ ਤਾਂ ਭਗਵੰਤ ਮਾਨ ਸਾਹਿਬ ਦੀ, ਮੁੱਖ ਮੰਤਰੀ ਸਾਹਿਬ ਦੀ ਤੇ ਸਾਰੀ ਸਰਕਾਰ ਦੀ ਪੂਰੀ ਦੀ ਇਹ ਕੋਸ਼ਿਸ਼ ਹੈ ਕਿ ਇਹਨਾਂ ਕੇਸਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਹੋਵੇ ਤੇ ਦੋਸ਼ੀ ਜੇਲ੍ਹਾਂ ਪਿੱਛੇ ਹੋਣ। ਪਰ ਇਹਦਾ ਉਹਦੇ ਨਾਲ ਕੋਈ ਤਾਲੁਕਾਤ ਨਹੀਂ ਹੈ। ਜਦੋਂ ਸਜ਼ਾ ਵੱਧਦੀ ਹੈ, ਕਾਨੂੰਨ ਅਮੈਂਡ ਹੁੰਦਾ ਹੈ, ਜਿੱਦਾਂ ਮੈਂ ਪਹਿਲਾਂ ਹੀ ਕਿਹਾ, ਨਾਲੇ ਉਹਦਾ ਪ੍ਰਚਾਰ ਹੁੰਦਾ ਆ, ਲੋਕ ਪਿੰਡਾਂ 'ਚ ਵੀ ਗੱਲਾਂ ਹੋ ਜਾਣੀ। ਨਹੀਂ ਉਹ ਕਰਦੇ ਆ। ਦੇਖੋ ਜਦੋਂ ਪ੍ਰੋਵੀਜ਼ਨ ਨੇ ਉਹਦੇ ਮੁਤਾਬਕ ਤਾਂ ਘੱਟੋ ਘੱਟ ਅੱਗੇ ਰੈਗੂਲਰ ਕ੍ਰਾਈਮ 'ਚ ਵੀ ਜਦੋਂ ਕੋਈ 60 ਪੇਟ ਵੀ ਲੋਕ ਕਿਸੇ ਇੱਕ ਦੂਜੇ ਦੇ ਮਾਰਦੇ ਆ ਨਾ, ਤਾਂ ਉਹ ਗੱਲਾਂ ਕਰਦੇ ਆ ਕਿ ਆ ਨਾ ਮਾਰੀ 26 ਬਣ ਜਾਊਗੀ, ਇਹਦੇ ਨਾਲ 24 ਬਣਨੀ ਦੇਖ ਲਾਂਗੇ। ਇਹ ਜਿਹੜੀਆਂ ਇਹ ਡੈਫੀਨੇਟਲੀ ਜਦੋਂ ਕਾਨੂੰਨ ਬਣਦਾ ਹੈ, ਸਖਤ ਬਣਦਾ ਆ, ਉਹਦਾ ਪ੍ਰਚਾਰ ਹੁੰਦਾ। ਤੇ ਜਿਹੜੇ ਕ੍ਰਿਮੀਨਲਸ ਹੈ ਉਹਨਾਂ ਨੂੰ ਡਰ ਉਹਦਾ ਪੈਦਾ ਹੁੰਦਾ। ਜਿਹੜੀ ਕਰ ਰਹੇ ਨੇ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ, ਇਹਨਾਂ ਨੇ ਹੀ ਗੈਂਗਸਟਰਸ ਪਾਲੇ ਆ। ਅਸੀਂ ਆਰ ਪਾਰ ਦੀ ਲੜਾਈ ਲੜ ਰਹੇ ਹਾਂ ਗੈਂਗਸਟਰਵਾਦ ਦੇ ਖਿਲਾਫ, ਤੇ ਕਾਂਗਰਸ ਨੇ ਵੀ ਮਹਿਮਾਨ ਨਵਾਜ਼ੀ ਕੀਤੀ ਹੈ ਗੈਂਗਸਟਰ ਦੀ। ਕਾਂਗਰਸ ਨੇ ਮਹਿਮਾਨ ਨਵਾਜ਼ੀ ਕੀਤੀ ਹੈ ਗੈਂਗਸਟਰਸ ਦੀ, ਗਾਂਧੀ ਸੂਬਿਆਂ ਦੀ ਵੀ, ਵਿਦੇਸ਼ਾਂ ਤੱਕ ਜੜਾਂ ਲੱਗੀਆਂ ਗੈਂਗਸਟਰਵਾਦ ਦੀਆਂ ਇਹਨਾਂ ਦੋਨਾਂ ਸਰਕਾਰਾਂ ਦੇ ਲਈ। ਅਸੀਂ ਆਰ ਪਾਰ ਦੀ ਲੜਾਈ ਲੜ ਰਹੇ ਹਾਂ। ਚਲੋ ਜਵਾਬ ਦੱਸੋ, ਪੁਲਿਸ ਦੀ ਕਿਤੇ ਵੀ ਨਹੀਂ, ਪੁਲਿਸ ਦੀ ਕਿਤੇ ਵੀ ਗੰਨੇ ਦੇ ਖੇਤਾਂ 'ਚ ਵੜ ਤਾਂ ਗੈਂਗਸਟਰ ਫੜੇ ਆ। ਨਹੀਂ ਕੋਈ ਨੁਕਸ ਕੱਢੋ ਨਾ, ਇਸ ਗੱਲ ਦਾ ਜੋ ਕੋਈ ਪੁਲਿਸ ਦੀ ਨੁਕਸ ਕੱਢੋ, ਕੋਈ ਸਾਡੀ ਭਾਈਵਾਲੀ ਲੱਗਿਆ। ਜਵਾਬ ਤਾਂ ਲੈ ਲਓ ਹੁਣ, 1 ਮਿੰਟ ਜਵਾਬ ਲੈ ਲਓ। ਸੰਘੇੜਾ ਸਾਹਿਬ, ਤੁਸੀਂ ਉਰੇ ਚੈਨਲ ਤੇ ਅੱਜ ਇਹ ਦੱਸ ਦਿਓ ਕਿ ਲਾਰੈਂਸ ਬਿਸ਼ਨੋਈ ਜਿਹੜੀ ਜੇਲ੍ਹ 'ਚ ਬੰਦ ਹੈ, ਤਿਹਾੜ ਜੇਲ੍ਹ, ਉਹ ਕਿਹਦਾ ਡਾਇਰੈਕਟ ਕੰਟਰੋਲ ਹੈ, ਕਿਹਦੇ ਐਡਮਿਨਿਸਟ੍ਰੇਟਿਵ ਕੰਟਰੋਲ ਹੈ? ਕੇਜਰੀਵਾਲ ਦਾ। ਅਗਰ ਉੱਥੇ ਜੇਲ੍ਹ 'ਚ ਬਹਿ ਕੇ ਸਿੱਧੂ ਮੂਸੇਵਾਲੇ ਦਾ ਕਤਲ ਪਲਾਨ ਹੋ ਗਿਆ, ਉਹ ਤੋਂ ਬਾਅਦ ਐਗਜ਼ੀਕਿਊਟ ਹੋਇਆ, ਤਾਂ ਹੁਣ ਤੁਹਾਡਾ ਚਲਾਨ ਕਹਿੰਦਾ, ਤੁਹਾਡੀ ਪੁਲਿਸ ਕਹਿ ਰਹੀ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੀ ਹੈ, ਤਾਂ ਫਿਰ ਕਿਹਦੀ ਪੁਸ਼ਤ ਪਨਾਹੀ ਹੈ? ਔਰ ਇਹ ਤਿਹਾੜ ਜੇਲ੍ਹ ਉਹੀ ਹੈ ਜਿੱਥੇ ਉਹ ਤੁਸੀਂ ਜੈਨ ਮੰਤਰੀ ਸਾਹਿਬ ਨੂੰ ਜਵਾਈਆਂ ਵਾਂਗੂ ਰੱਖਿਆ, 5 ਸਾਲ ਸਹੂਲਤਾਂ ਦਿੱਤੀਆਂ ਨੇ। ਪੁਸ਼ਤ ਬਣਾਈ ਕਹਿੰਦੇ ਅਗਰ ਦੀਪਕ ਟੀਨੂ ਪੰਜਾਬ ਚ ਆ ਕੇ ਪੁਲਿਸ ਦੀ ਕਸਟਡੀ ਚੋਂ ਭੱਜਿਆ, ਉਹ ਪੱਬਾਂ ਚ ਗਿਆ, ਹੋਟਲਾਂ ਚ ਗਿਆ, ਉਹ ਤੁਹਾਡੀ ਸਰਕਾਰ, ਤੁਹਾਡੀ ਪੁਲਿਸ ਲੈ ਕੇ ਜਾ ਰਹੀ ਹੈ। ਇਹ ਪੁਸ਼ਤ ਬਣਾਈ ਹੈ ਗੈਂਗਸਟਰਾਂ ਦੀ, ਇਹ ਪਾਲੇ ਨੇ ਗੈਂਗਸਟਰ। ਚਲੋ ਆਪਾਂ ਗੈਂਗਸਟਰਾਂ ਦਾ ਮੁੱਦਾ ਨਹੀਂ ਆਇਆ, ਆਪਾਂ ਲਾਅ ਐਂਡ ਆਰਡਰ ਦਾ ਕਹਿ ਸਕਦੇ ਹਾਂ। ਇਹ ਲੋਕਾਂ ਨੂੰ ਆਪਾਂ ਲਾਅ ਐਂਡ ਆਰਡਰ ਦਾ ਕਹਿ ਸਕਦੇ ਹਾਂ। ਪਲੀਜ਼ ਦੇਖੋ ਕਿ ਬਲੈਕ ਸ਼ੀਪਸ ਕਿਤੇ ਵੀ ਹੋ ਸਕਦੀਆਂ, ਜਿਨ੍ਹਾਂ ਨੇ ਪੁਸ਼ਤ ਪਨਾਹੀ ਕੀਤੀ ਉਹ ਵੀ ਜੇਲ੍ਹ 'ਚ ਗਏ ਆ। ਸਿੰਦਰ ਜੈਨ ਬਲੈਕ ਸ਼ੀਪ ਹੈ। ਨਹੀਂ ਇਹ ਨਹੀਂ ਗੱਲ ਹੈਗੀ। ਸਿੰਦਰ ਜੈਨ ਬਲੈਕ ਸ਼ੀਪ ਹੈ। ਫਿਰ ਉਹਨੂੰ ਕਿਉਂ ਤੁਸੀਂ ਜਿੰਨਾ ਮਰਜ਼ੀ ਸ਼ੋਰ ਮਚਾਈਓ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਕੋਈ ਬੰਦਾ ਸਿੱਖ ਹੈ, ਕੋਈ ਬਿਮਾਰ ਹੈ, ਤਾਂ ਲਾਅ ਦੇ ਅਨੁਸਾਰ ਹੀ ਸੰਘੇੜਾ ਸਾਹਿਬ ਉਹਦਾ ਕੋਈ ਫਾਇਦਾ ਨਹੀਂ। ਆਪਾਂ ਡੀਰੇਲ ਨਹੀਂ ਕਰ ਰਹੇ। ਰੇਪ ਕਨਵਿਕਟ ਪਲੀਜ਼ ਤੁਸੀਂ ਪੜ੍ਹੇ ਲਿਖੇ ਹੋ, ਆਪਾਂ ਇਹਨੂੰ ਡੀਰੇਲ ਨਹੀਂ ਕਰਨਾ। ਜੈ ਬਸ ਜੀ, ਮੈਂ ਤੁਹਾਡੇ ਤੋਂ ਜਵਾਬ ਚਾਹੂੰਗਾ। ਜਿਹੜੀ ਗੱਲ ਸੰਘੇੜਾ ਸਾਹਿਬ ਨੇ ਕੀਤੀ, ਮੈਂ ਡੀਰੇਲ ਨਹੀਂ ਹੋਣਾ ਬਿਲਕੁਲ ਵੀ, ਚਾਹੇ ਇਹ ਕਰਨ ਜਾਂ ਉਹ ਕਰਨ। ਬੜਾ ਸਿੱਧਾ ਜਿਹਾ ਸਵਾਲ ਹੈ ਕਿ 4 ਸਾਲ ਬਾਅਦ ਸਰਕਾਰ ਕਿਹੜੇ ਜਿਹੜੇ ਸਲਾਹਕਾਰ ਹੈ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ, ਜਾਂ ਕਿਹੜੀ ਸਲਾਹ ਉਡੀਕੀ ਜਾ ਰਹੀ ਹੈ ਕਿ ਆਪਾਂ ਸਲਾਹ ਕਰਕੇ ਉਸ ਕਾਨੂੰਨ ਨੂੰ ਅੱਗੇ ਕਰਾਂਗੇ, ਈਦਰ ਯੈਸ ਔਰ ਨੋ। ਜਦੋਂ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਸੀਗਾ, ਉਦੋਂ ਥੋੜੇ ਸਮੇਂ ਦੇ ਵਿੱਚ ਹੀ ਵਾਪਸ ਭੇਜਤਾ ਸੀ, ਪਰ ਹੁਣ 4 ਸਾਲ ਤੋਂ ਪੈਂਡਿੰਗ ਪਿਆ। ਇਹ 4 ਸਾਲ ਨਹੀਂ ਨਾ ਜੀ। ਤੁਸੀਂ ਇਹ ਦੇਖੋ ਕਿ ਜਦੋਂ ਅਕਾਲੀ ਦਲ ਨੇ ਵਾਪਸ ਭੇਜਿਆ ਸੀਗਾ, ਉਹ ਵੀ ਪ੍ਰੈਜ਼ੀਡੈਂਟ ਸੀਗਾ, ਤੇ ਉਹਦੇ ਬਾਅਦ ਇੱਕ ਹੋਰ ਪ੍ਰੈਜ਼ੀਡੈਂਟ ਆ ਗਿਆ, ਹੁਣ 3rd ਪ੍ਰੈਜ਼ੀਡੈਂਟ ਆਏ ਨੇ। ਇਹਨੂੰ ਤੁਸੀਂ ਗਵਰਨਮੈਂਟ ਦੇ ਵੱਲ ਨਾ ਪਾਓ। ਦ ਬਿੱਲ ਇਜ਼ ਨਾਟ ਵਿਦ ਦ ਗਵਰਨਮੈਂਟ, ਇਟ ਇਜ਼ ਵਿਦ ਦ ਪ੍ਰੈਜ਼ੀਡੈਂਟ ਆਫ ਇੰਡੀਆ। ਚਲੋ 3 ਸਾਲ ਤੇ ਉਹੀ ਸੀਗੇ, ਉਹ ਤੇ ਹੁਣ ਨਵੇਂ ਆਏ ਨੇ ਕੁਝ ਮਹੀਨੇ ਪਹਿਲੇ। No. ਜਦ ਪ੍ਰੈਜ਼ੀਡੈਂਟਸ ਦੀ ਆਪਣੀ ਥਾਟ ਹੁੰਦੀ ਹੈ, ਉਹਨਾਂ ਦਾ ਆਪਣਾ ਸੈਕਟਰੀਏਟ ਹੁੰਦਾ ਹੈ, ਉਹ ਆਪਣੇ ਲੀਗਲ ਓਪੀਨੀਅਨਸ ਲੈਂਦੇ ਨੇ, ਆਪਣੇ ਤਰੀਕੇ ਦੇ ਨਾਲ ਚੱਲਦੇ ਨੇ, ਦੇ ਆਰ ਅਬਵ ਦ ਗਵਰਨਮੈਂਟ। ਸੋ
ਇੱਕ ਬੜੇ ਵਧੀਆ ਪ੍ਰਣਬ ਮੁਖਰਜੀ ਨੇ ਉਹਨਾਂ ਨੇ ਦੇਖਿਆ, ਉਹਦੇ ਬਾਅਦ ਦੂਸਰੇ ਪ੍ਰੈਜ਼ੀਡੈਂਟ ਆਏ ਨੇ, ਉਹਨਾਂ ਨੇ ਦੇਖਿਆ ਰਾਮਨਾਥ ਕੋਵਿੰਦ ਜੀ ਨੇ, ਤੇ ਕੁਝ ਤੇ ਉਹਨਾਂ ਦੇ ਹੁਣ ਮੈਨੂੰ ਇਹਨਾਂ ਚੀਜ਼ਾਂ ਦੇ ਵਿੱਚ ਦੇਖੋ, ਮੈਂ ਕੋਈ ਲੀਗਲ ਐਕਸਪਰਟ ਨਹੀਂ ਆ, ਮੈਂ ਰਾਸ਼ਟਰਪਤੀ ਭਵਨ 'ਚ ਨਹੀਂ ਬੈਠਿਆ ਹੋਇਆ, ਸੋ ਉਹਨਾਂ ਨੇ ਕੁਝ ਸੋਚ ਸਮਝ ਕੇ ਹੀ ਇਹਨੂੰ ਵਾਪਸ ਕੀਤਾ ਜਾਂ ਇਹਦੇ ਉੱਤੇ ਸਲਾਹ ਮਸ਼ਵਰਾ ਕਰ ਰਹੇ ਨੇ। ਪਰ ਬੇਸਿਕਲੀ ਜਿਹੜਾ ਕੁਐਸਚਨ ਹੈ ਉਹ ਉੱਥੇ ਹੀ ਆ ਕੇ ਖੜਾ ਹੋ ਜਾਂਦਾ ਹੈ ਜੋ ਕਲੀਅਰ ਜੀ ਨੇ ਦੱਸਿਆ ਹੈ ਕਿ ਇਜ਼ ਇਟ ਐਨ ਅਟੈਂਪਟ ਟੂ ਪੋਲਿਟਿਸਾਈਜ਼ ਦ ਇਸ਼ੂ। ਇਹ ਕੀ ਇੱਕ ਤਰ੍ਹਾਂ ਦੇ ਨਾਲ ਫੋਕਸ ਇਹਦੇ ਉੱਤੋਂ ਦੀ ਆਪਣੀ ਇਨਐਬਿਲਿਟੀ ਟੂ ਪ੍ਰੈਸ ਚਾਰजेस ਤੋਂ ਫੋਕਸ ਉਤਾਰ ਕੇ ਲਾਅ ਦੇ ਉੱਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ, ਜੋ ਕਿ ਆਮ ਆਦਮੀ ਪਾਰਟੀ ਕਾਫੀ ਵਾਰ ਕਰਦੀ ਹੈ। ਸੋ ਇਹਨੂੰ ਅਸੀਂ ਇਹਨਾਂ ਨੇ ਆਪਣਾ ਪੁਆਇੰਟ ਬਣਾ ਲਿਆ, ਮੈਂ ਪਹਿਲੇ ਵੀ ਕਿਹਾ ਸੀ ਇਹਨਾਂ ਨੇ ਪੁਆਇੰਟ ਬਣਾ ਲਿਆ, ਹੋਮ ਮਿਨਿਸਟਰ ਸਾਹਿਬ ਦੇ ਕੋਲ ਆਪਣਾ ਪੁਆਇੰਟ ਬਣਾ ਲਿਆ, ਉਸ ਪੁਆਇੰਟ ਨੂੰ ਗੰਭੀਰਤਾ ਦੇ ਨਾਲ ਦੇਖਿਆ ਜਾਏਗਾ। ਪਰ ਉਦੋਂ ਤੱਕ ਇਹਨਾਂ ਨੂੰ ਘੱਟ ਤੋਂ ਘੱਟ ਬੰਦੇ ਨੂੰ ਚਾਰਜ ਤੱਕ ਉੱਥੇ ਤੇ ਲੈ ਕੇ ਚਲੇ ਜਾਣਾ ਚਾਹੀਏ ਜਿੱਥੇ ਉਹਨੂੰ ਤੁਸੀਂ ਲਾਈਫ ਇੰਪ੍ਰਿਜ਼ਨਮੈਂਟ ਦੇ ਸਕੋ। ਉੱਥੇ ਤੇ ਇੱਕ ਵੀ ਬੰਦਾ ਨਹੀਂ ਪਹੁੰਚਿਆ ਹਜੇ ਤੱਕ। ਸੋ ਇੱਕ ਸਟੈਪ ਅੱਗੇ, 1 ਸਟੈਪ ਫਾਰਵਰਡ 2 ਸਟੈਪ ਬੈਕਵਰਡ, ਇਹ ਤੇ ਕੋਈ ਪਾਲਿਸੀ ਨਹੀਂ ਨਾ ਹੋਈ ਕਿਸੇ ਗਵਰਨਮੈਂਟ ਦੀ। ਸੋ ਇਹ ਆਪਣਾ ਕੰਮ ਕਰਨ, ਅਸੀਂ ਆਪਣਾ ਕਰਾਂਗੇ। ਇਹਨਾਂ ਨੇ ਪੁਆਇੰਟ ਦੇ ਦਿੱਤਾ ਹੈ, ਉਸ ਪੁਆਇੰਟ ਦੇ ਉੱਤੇ ਗਵਰਨਮੈਂਟ ਜ਼ਰੂਰ ਰਿਸਪੌਂਡ ਕਰੇਗੀ, ਆਪਣੇ ਤਰੀਕੇ ਨਾਲ ਕਰੇਗੀ, ਪ੍ਰੈਜ਼ੀਡੈਂਟ ਦੇ ਨਾਲ ਸਲਾਹ ਮਸ਼ਵਰਾ ਕਰਕੇ ਕਰੇਗੀ। ਖੜਿਆਲ ਸਾਹਿਬ ਜੀ, ਦੇਖੋ ਜੀ, ਜਿਹੜਾ ਕਾਨੂੰਨ ਹੈ ਨਾ ਬਰਾੜ ਸਾਹਿਬ, ਕਾਨੂੰਨ ਤਾਂ ਜਦੋਂ ਬੇਅਦਬੀ ਹੋਗੀ ਉਦੋਂ ਬਾਅਦ ਪਿਕਚਰ ਦੇ ਵਿੱਚ ਆਉਂਦਾ ਹੈ, ਕੋਰਟ ਦਾ ਟ੍ਰਾਇਲ ਹੁੰਦਾ ਹੈ, ਸਜ਼ਾ ਮਿਲਦੀ ਹੈ। ਫੈਕਟ ਆਫ ਦ ਮੈਟਰ ਇਹ ਹੈ ਕਿ ਸਾਨੂੰ ਉਹ ਜੀ ਕੋਈ ਚੀਜ਼ ਚਾਹੀਦੀ ਹੈ ਜਿਹਦੇ ਨਾਲ ਬੇਅਦਬੀ ਹੋਵੇ ਹੀ ਨਾ ਇਨ ਦਾ ਫਰਸਟ ਪਲੇਸ। ਸੋ ਆਪਾਂ ਉਹਦੇ ਵੀ ਗੱਲ ਕਰੀਏ। ਦੇਖੋ, ਉਹਦੇ ਕਰਕੇ ਕੀ ਹੋਣਾ ਚਾਹੀਦਾ ਹੈ, ਟਾਈਮਲੀ ਐਕਸ਼ਨ ਹੋਣਾ ਬਹੁਤ ਜ਼ਰੂਰੀ ਹੈ। ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਕ੍ਰਾਈਮ ਕਰੇ, ਉਹਦੇ ਜੇ ਟਾਈਮ ਬਾਉਂਡ ਐਕਸ਼ਨ ਹੋਊਗਾ ਤਾਂ ਲੋਕਾਂ ਦੇ ਮਨ ਦੇ ਵਿੱਚ ਡਰ ਹੋਊਗਾ, ਇੱਕ ਫੀਅਰ ਆਫ ਲਾਅ ਹੋਊਗਾ। ਦੂਜਾ, ਅਵੇਅਰਨੈਸ ਹੋਵੇ। ਤੀਜਾ, ਰਿਸਪੈਕਟ ਐਂਡ ਰਿਗਾਰਡ ਫॉर ਅਦਰਸ ਰਿਲੀਜਨ ਹੋਵੇ। ਚੌਥਾ, ਇੱਕ ਕਮਿਊਨਲ ਹਾਰਮਨੀ ਹੋਵੇ। ਇਹ ਸਾਰਾ ਕੁਝ ਕੌਣ ਦੇ ਸਕਦਾ ਹੈ? ਮੌਜੂਦਾ ਸਰਕਾਰ ਦੇ ਸਕਦੀ ਹੈ, ਇੱਕ ਅੱਛੀ ਇੰਪਲੀਮੈਂਟੇਸ਼ਨ ਨਾਲ ਐਗਜ਼ਾਮਪਲ ਸੈੱਟ ਕਰ ਸਕਦੀ ਹੈ। ਉਹ ਐਗਜ਼ਾਮਪਲ ਕੀ ਹਜੇ ਤੱਕ ਸੈੱਟ ਹੋਇਆ ਹੈ? The answer to that is no. ਕਮਿਊਨਲ ਹਾਰਮਨੀ ਬਣਨੀ ਤਾਂ ਕਿੱਥੇ ਸੀਗੀ, ਕਮਿਊਨਲ ਡਿਸਹਾਰਮਨੀ ਬਣ ਗਈ ਹੈ। ਤੁਸੀਂ ਦੇਖੋ, ਪਟਿਆਲਾ ਕਲੈਸ਼ ਹੋ ਗਿਆ, ਖੜਿਆਲ ਸਾਹਿਬ ਦੇ 5 ਸਾਲਾਂ 'ਚ ਸੈੱਟ ਨਹੀਂ ਹੋਇਆ, ਜਾਂ 7 ਸਾਲਾਂ 'ਚ ਸੈੱਟ ਨਹੀਂ ਹੋਇਆ, ਜਾਂ 10 ਸਾਲਾਂ 'ਚ ਸੈੱਟ ਨਹੀਂ ਹੋਇਆ, ਤਾਂ ਫਿਰ 8 ਮਹੀਨੇ 'ਚ ਵੀ ਕਿਵੇਂ ਸੈੱਟ ਹੋ ਸਕਦਾ ਹੈ? ਉਹ ਤੇ ਫਿਰ ਲੌਜੀਕ ਉਹਨਾਂ ਕੋਲ ਵੀ ਉਹੀ ਰਹਿ ਜਾਏਗਾ। ਸੋ ਬਰਾੜ ਸਾਹਿਬ, ਜਿਹੜਾ ਤੁਸੀਂ ਉਦਾਹਰਨ ਦਿੱਤਾ, ਨਾ 5 ਸਾਲ 'ਚ ਹੋਇਆ ਨਾ 10 ਸਾਲ 'ਚ ਹੋਇਆ, ਸੋ ਇਹ ਤਾਂ ਫਿਰ ਤੁਸੀਂ ਕਹਿ ਰਹੇ ਹੋ ਵੀ ਕਿਤੇ ਹੋਣਾ ਹੀ ਨਹੀਂ, ਇਹੀ ਕਹਿਣਾ ਚਾਹ ਰਹੇ ਹੋ। ਦੇਖੋ, ਜ਼ਰੂਰੀ ਹੈ ਕਿ ਜੋ ਪਹਿਲਾਂ ਨਹੀਂ ਹੋਇਆ ਉਹ ਹੁਣ ਹੋਵੇ, ਸਰਕਮਸਟੈਂਸਸ ਜੋ ਪਹਿਲਾਂ ਨਹੀਂ ਬਣੀਆਂ ਉਹ ਹੁਣ ਬਣਨ, ਤੇ ਉਹਦੇ ਲਈ ਬਦਲਾਅ ਆਵੇ। ਆਮ ਆਦਮੀ ਪਾਰਟੀ ਮੇਕ ਸ਼ੋਰ ਹੀ ਨਹੀਂ ਕਰ ਰਹੀ ਪੰਜਾਬ 'ਚ ਹੋਵੇ। ਪੰਜਾਬ 'ਚ ਹੋਣਾ ਜ਼ਰੂਰੀ। ਇਹਨਾਂ ਨੇ ਗੁਜਰਾਤ ਨੂੰ ਟਾਈਮ ਦਿੱਤਾ, ਹਿਮਾਚਲ ਨੂੰ ਟਾਈਮ ਦਿੱਤਾ, ਤੇ ਦੋਵੇਂ ਹਾਰ ਗਏ। ਸੋ ਕੀ ਆਮ ਆਦਮੀ ਪਾਰਟੀ ਅੱਗੇ ਲਈ ਇਨਸ਼ੋਰ ਕਰਦੀ ਹੈ ਵੀ ਇਲੈਕਸ਼ਨ ਕਿਤੇ ਮਰਜ਼ੀ ਹੋਵੇ, ਸੀਐਮ ਸਾਹਿਬ ਪੰਜਾਬ ਨੂੰ ਪਹਿਲ ਦੇਣਗੇ, ਪੰਜਾਬ ਦੇ ਲੋਕਾਂ ਨੂੰ ਪਹਿਲ ਦੇਣਗੇ, ਉਹ ਤੋਂ ਬਾਅਦ ਉਹਨਾਂ ਨੂੰ ਉਹ ਚੀਜ਼ਾਂ ਨੂੰ ਪਹਿਲ ਦੇਣਗੇ। ਤੀਜੀ ਗੱਲ ਇਹ ਹੈ ਕਿ ਦੇਖੋ, ਸੀਰੀਅਸਨੈਸ, ਆਪਾਂ ਅੱਜ ਇਹ ਮੁੱਦੇ ਤੇ ਕਿਉਂ ਗੱਲ ਕਰ ਰਹੇ ਹਾਂ ਤਾਂ ਕਿ ਕੋਈ ਸਮਾਧਾਨ ਮਿਲੇ। ਪਹਿਲਾ ਸਮਾਧਾਨ ਤਾਂ ਇਹ ਹੈ ਕਿ ਸੀਰੀਅਸਨੈਸ ਹੋਵੇ, ਅਕਾਊਂਟੇਬਿਲਿਟੀ ਫਿਕਸ ਹੋਵੇ। ਸੋ ਆਮ ਆਦਮੀ ਪਾਰਟੀ ਨੂੰ ਮੇਰਾ ਸੁਝਾਅ ਇਹ ਹੈ ਕਿ ਜੋ ਤੁਹਾਨੂੰ ਬਹਿਬਲ ਇਨਸਾਫ ਮੋਰਚਾ ਵੀ ਕਹਿ ਰਿਹਾ ਨਾ ਕਿ ਸਪੀਕਰ ਸਾਹਿਬ ਨੇ ਬਿਆਨ ਦੇਤਾ, ਵਾਅਦਾ ਕਰਤਾ, ਆਸ਼ਵਾਸਨ ਦੇਤਾ, ਉਹ ਸਪੀਕਰ ਨੇ, ਵੱਡੇ ਲੀਡਰ ਨੇ, ਹੁਣ ਉਹ ਰੈਜ਼ਿਗਨੇਸ਼ਨ ਮੰਗ ਰਹੇ ਕਿਉਂਕਿ ਟਾਈਮਲਾਈਨ ਹੋ ਗਈ ਪੂਰੀ। ਕੋਈ ਵੀ ਕਿਸੇ ਦੇ ਇਮੋਸ਼ਨਲ ਨਾਲ ਨਹੀਂ ਖੇਡ ਸਕਦਾ, ਕੋਈ ਵੀ ਝੂਠੇ ਵਾਅਦੇ ਨਹੀਂ ਕਰ ਸਕਦਾ, ਸਪੈਸ਼ਲੀ ਇੰਨੇ ਸੈਂਸਿਟਿਵ ਇਸ਼ੂ ਤੇ। ਜੇ ਕੀਤਾ ਹੈ ਤਾਂ ਖਾਮਿਆਜ਼ਾ ਭੁਗਤਣਾ ਚਾਹੀਦਾ ਹੈ। ਸੋ ਤੁਸੀਂ ਅਕਾਊਂਟੇਬਿਲਿਟੀ ਫਿਕਸ ਕਰੋ। ਠੀਕ ਹੈ, ਬੜਾ ਸਿੱਧਾ ਜਿਹਾ ਸਵਾਲ ਹੈ। ਠੀਕ ਹੈ, ਮੈਂ ਤੁਹਾਡਾ ਪੁਆਇੰਟ ਆ ਗਿਆ। ਬੜਾ ਸਿੱਧਾ ਜਿਹਾ ਸਵਾਲ ਹੈ ਸੰਘੇੜਾ ਸਾਹਿਬ, ਕਿ ਜਦੋਂ ਤੁਸੀਂ ਟਾਈਮ ਲਾਈਨ ਦਿੰਦੇ ਹੋ, ਮੈਂ ਆ ਰਿਹਾ ਖੜਿਆਲ ਸਾਹਿਬ ਪਲੀਜ਼, ਜਦੋਂ ਤੁਸੀਂ ਟਾਈਮ ਲਾਈਨ ਦਿੰਦੇ ਹੋ, ਤੁਸੀਂ ਟਾਈਮ ਬਾਉਂਡ ਕਰਦੇ ਹੋ ਚੀਜ਼ਾਂ ਨੂੰ, ਤਾਂ ਫਿਰ ਤੁਹਾਡੀ ਜਵਾਬਦੇਹੀ ਬਣ ਜਾਂਦੀ ਹੈ। ਤੁਸੀਂ ਸਰਕਾਰ ਆਉਣ ਤੋਂ ਪਹਿਲਾਂ ਕਹਿਤਾ ਕਿ ਅਸੀਂ 24 ਘੰਟਿਆਂ 'ਚ ਇਨਸਾਫ ਦੇ ਦਿਆਂਗੇ, ਫਿਰ 24 ਘੰਟੇ ਛੱਡੋ, 3 ਮਹੀਨੇ ਲੰਘ ਗਏ, 4 ਮਹੀਨੇ ਲੰਘ ਗਏ, 5 ਲੰਘ ਗਏ, ਫਿਰ ਸਪੀਕਰ ਸਾਹਿਬ ਨੇ ਉੱਥੇ ਜਾ ਕੇ ਕਹਿਤਾ ਕਿ ਮਹੀਨੇ 1.5 ਮਹੀਨੇ ਦੀ ਗੱਲ ਹੈ ਬਸ, ਨਹੀਂ ਤਾਂ ਮੈਂ ਇੱਥੇ ਆ ਕੇ